अस्सलाम वालेकुम। वालेकुम सलाम बेटे, क्या हाल है? भी ठीक ठीक हो? ठाक ਤੁਹਾਡਾ ਕੀ ਹਾਲ ਹੈ? बिल्कुल ठीक ठाक, अल्लाह का शुक्र। ਅੱਜ ਸਾਡੇ ਨਾਲ ਪੰਜਾਬੀ ਦੇ ਬਜ਼ੁਰਗ ਰਾਣਾ ਮੁਹੰਮਦ ਨਵਾਜ਼ ਸਾਹਿਬ ਤਸ਼ਰੀਫ ਰੱਖਦੇ ਨੇ ਤੇ ਅੱਜ ਅਸੀਂ ਉਹਨਾਂ ਦੇ ਨਾਲ ਪੁਰਾਣੀਆਂ ਤੇ ਨਵੀਆਂ ਰਸਮਾਂ ਦੇ ਬਾਰੇ ਤੇ ਗੱਲਬਾਤ ਕਰਾਂਗੇ। ਰਾਣਾ ਸਾਹਿਬ ਸਾਨੂੰ ਇਹ ਦੱਸੋ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਹਿੰਦੂ ਸਿੱਖ ਤੇ ਮੁਸਲਮਾਨ ਇਕੱਠੇ ਰਹਿੰਦੇ ਸੀਗੇ जी हाँ। ਤੇ ਉਹਨਾਂ ਦੇ ਸ਼ਾਦੀ ਵਿਆਹ ਦੀ ਕੀ ਰਸਮ ਰਿਵਾਜ ਸੀਗੀ ਉਸ ਵੇਲੇ? ਦਰਅਸਲ ਪਾਕਿਸਤਾਨ ਬਣਨ ਤੋਂ ਪਹਿਲੇ ਹਿੰਦੂ ਸਿੱਖ ਮੁਸਲਮਾਨ ਇਕੱਠੇ ਹੀ ਰਹਿੰਦੇ ਸੀ, ਖਾ ਉਹ ਸ਼ਹਿਰਾਂ ਦੇ ਵਿੱਚ ਸੀ ਜਾਂ ਉਹ ਦਿਹਾਤ ਵਿੱਚ ਸੀ। ਉਹਨਾਂ ਦੇ ਰਸਮ ਰਿਵਾਜ ਵੀ ਤਕਰੀਬਨ ਸੇਮ ਹੀ ਸੀਗੇ। ਔਰ ਮੁਸਲਮਾਨ ਜਿਹੜੇ ਸੀ ਉਹੋ ਹੀ ਰਸਮ ਰਿਵਾਜ ਇਖਤਿਆਰ ਕਰਦੇ ਸੀ ਜਿਹੜੇ ਉਹਨਾਂ ਦੇ ਮਹੱਲੇਦਾਰ ਦੂਸਰੇ ਪਿੰਡ ਵਾਲੇ ਜਾਂ ਸ਼ਹਿਰ ਵਾਲੇ ਜਿਹੜੇ ਸੀ ਉਹਨਾਂ ਦੇ ਸੀ। ਮਿਸਾਲ ਦੇ ਤੌਰ ਦੇ ਉੱਤੇ ਸ਼ਾਦੀ ਵਿਆਹ ਦੇ ਰਸਮ ਰਿਵਾਜ ਵੀ ਮਿਲਦੇ ਜੁਲਦੇ ਹੀ ਸੀਗੇ। ਮਤਲਬ ਕਿ ਸ਼ਾਦੀ ਦੇ ਵਿੱਚ ਹਿੰਦੂਆਂ ਦੇ ਵੀ ਇਹੀ ਸੀ ਕਿ ਜਿਸ ਵੇਲੇ ਸ਼ਾਦੀ ਦਾ ਦਿਨ ਮੁਕਰਰ ਹੋ ਗਿਆ ਤੇ ਲੜਕੀ ਨੂੰ ਮਾਈਓ ਬਿਠਾ ਦਿੰਦੇ ਸੀ ਕਿ ਜੀ ਹੁਣ ਬਾਹਰ ਨਹੀਂ ਨਿਕਲਣਾ, ਕਿਉਂਕਿ ਲੜਕੀਆਂ ਉਸ ਵੇਲੇ ਘਰ ਦਾ ਆਟਾ ਵੀ ਖੁਦ ਹੀ ਪੀਸਦੀਆਂ ਸੀਗੀਆਂ। ਪੰਜ ਚੱਕਰੀਆਂ ਵਗੈਰਾ ਇਹ ਬਾਅਦ ਵਿੱਚ ਬਣੀਆਂ ਹੈਗੀਆਂ, ਹੁਣ ਤੇ ਬਿਜਲੀ ਦੇ ਉੱਤੇ ਚੱਕੀਆਂ ਲੱਗ ਗਈਆਂ, ਮਿੱਲਾਂ ਦਾ ਆਟਾ ਆਉਣ ਲੱਗ ਪਿਆ। ਉਦੋਂ ਲੜਕੀਆਂ ਬਜ਼ੁਰਗਾਂ ਔਰਤਾਂ ਜਿਹੜੀਆਂ ਸੀਗੀਆਂ ਉਹ ਹੱਥ ਨਾਲ ਹੀ ਆਟਾ ਪੀਸਦੀਆਂ ਸੀ। ਉਹਨਾਂ ਦੇ ਹੱਥ ਵਗੈਰਾ ਸਖਤ ਹੋਏ ਹੁੰਦੇ ਸੀ। ਉਹ ਉਬਟਨ ਬਣਾਇਆ ਜਾਂਦਾ ਸੀਗਾ ਘਰ ਦੇ ਵਿੱਚ ਹੀ, ਇੱਕ ਬੇਸਣ ਉਹਦੇ ਵਿੱਚ ਸਰੋਂ ਦਾ ਤੇਲ ਪਾ ਲੈਂਦੇ ਸੀ ਔਰ ਉਹਨੂੰ ਮਿਲਾ ਕੇ ਹਲਦੀ ਉਹਦੇ 'ਚ ਮਿਲਾਈ ਜਾਂਦੀ ਸੀ। ਉਹ ਲੜਕਿਆਂ ਦੇ ਹੱਥਾਂ ਦੇ ਉੱਤੇ ਉਸ ਦੀ ਮਾਲਿਸ਼ ਕਰਦੇ ਸੀਗੇ। ਉਹਦੇ ਨਾਲ ਹੱਥ ਪੈਰ ਜ਼ਰਾ ਨਰਮ ਹੋ ਜਾਂਦੇ ਸੀ। ਮਤਲਬ 15-20 ਦਿਨ ਮਹੀਨਾ ਪਹਿਲੇ ਉਬਟਨ ਲਾਉਣਾ ਸ਼ੁਰੂ ਕਰ ਦਿੰਦੇ ਸੀ। ਇਸ ਤਰ੍ਹਾਂ ਹੀ ਹਿੰਦੂਆਂ ਦੇ ਸੀ, ਇੱਦਾਂ ਹੀ ਉਹਨਾਂ ਦੇ ਸੀ। ਫਿਰ ਇਹ ਹੈਗਾ ਕਿ ਜਿਸ ਵੇਲੇ ਬਰਾਤ ਜਾਂਦੀ ਸੀਗੀ ਉਹ ਮਤਲਬ ਜਿਹੜਾ ਦੁਲਹਾ ਜਿਹਨੂੰ ਅਸੀਂ ਕਹਿੰਦੇ ਉਹਨੂੰ ਲਾੜਾ ਕਹਿੰਦੇ ਸੀ। ਲਾੜਾ ਜਿਹੜਾ ਉਹ ਘੋੜੀ 'ਤੇ ਬੈਠ ਕੇ ਜਾਂਦਾ ਸੀ। ਅਗਲਿਆਂ ਦੇ ਘਰ ਜਾ ਕੇ ਬਰਾਤ 2-2 3-3 ਦਿਨ ਕਮ ਅਜ਼ ਕਮ ਰਹਿੰਦੀ ਸੀ ਔਰ ਉੱਥੇ ਗਾਣਾ ਬਜਾਣਾ ਨਕਲਾਂ ਸਾਰੀਆਂ ਚੱਲਦੀਆਂ ਸੀ। ਇਹੀ ਰਿਵਾਜ ਮੁਸਲਮਾਨਾਂ ਦੇ ਸੀ, ਇਹੀ ਉਹਨਾਂ ਦੇ ਸੀ। ਫਿਰ ਉਹ ਜਿਹੜੀ ਵਹੁਟੀ ਹੈਗੀ ਸੀ, ਦੁਲਹਨ ਨੂੰ ਵਹੁਟੀ ਕਹਿੰਦੇ ਸੀ, ਵਹੁਟੀ ਨੂੰ ਵੀ ਡੋਲੀ ਵਿੱਚ ਪਾ ਕੇ ਲੈ ਕੇ ਆਉਂਦੇ ਸੀ। ਉਹ ਡੋਲੀ ਦੇ ਵਿੱਚ ਬੈਠਦੀ ਸੀ, ਉਹ ਲੈ ਕੇ ਆਉਂਦੇ ਸੀ। ਇਸ ਤਰ੍ਹਾਂ ਹੀ ਮਰਗਾਂ ਦੇ ਵਿੱਚ ਵੀ ਰਸਮ ਰਿਵਾਜ ਤਕਰੀਬਨ ਰਲਦੇ ਮਿਲਦੇ ਹੀ ਸੀ ਕਿ ਹਿੰਦੂਆਂ ਦੇ ਵਿੱਚ ਇਹ ਸੀਗਾ ਕਿ ਅਗਰ ਕੋਈ ਮਰਦ ਫੌਤ ਹੋ ਜਾਂਦਾ ਸੀ ਤੇ ਉਹਦੀ ਬੀਵੀ ਜਿਹੜੀ ਸੀਗੀ ਉਹ ਮਤਲਬ ਐਸਾ ਉਹਦੇ ਨਾਲ ਸਲੂਕ ਕੀਤਾ ਜਾਂਦਾ ਸੀ ਅਛੂਤਾਂ ਵਾਲਾ ਕਿ ਇਹ ਮਨਹੂਸ ਔਰਤ ਹੈਗੀ ਹੈ ਕਿ ਇਹਦਾ ਖਾਮਦ ਮਰ ਗਿਆ। ਉਹ ਹਿੰਦੂਆਂ ਦੇ ਕਿਉਂਕਿ ਜਲਾਉਣ ਦੀ ਰਸਮ ਸੀ, ਉਹ ਮੁਰਦੇ ਨੂੰ ਜਲਾਉਂਦੇ ਸੀਗੇ ਔਰ ਉਹ ਔਰਤ ਜਿਹੜੀ ਆ ਉਹਦੇ ਨਾਲ ਹੀ ਉਸ ਜਲਾਉਣ ਵਾਲੀ ਲੱਕੜੀਆਂ ਦੀ ਅੱਗ ਜਿਹੜੀ ਜਲਦੀ ਸੀ ਉਹਦੇ ਵਿੱਚ ਛਲਾਂਗ ਲਗਾ ਦਿੰਦੀ ਸੀ, ਉਹ ਵੀ ਉਹਦੇ ਨਾਲ ਹੀ ਸੜ ਕੇ ਮਰ ਜਾਂਦੀ ਸੀ। ਔਰ ਇਹ ਮੁਸਲਮਾਨਾਂ ਦੇ ਵਿੱਚ ਜਲਾਉਣਾ ਤਾਂ ਨਹੀਂ ਸੀਗਾ, ਲੇਕਿਨ ਉਸ ਔਰਤ ਨੂੰ ਮਤਲਬ ਇਹ ਆ ਕਿ ਫੈਮਿਲੀ ਦੇ ਵਿੱਚ ਥੋੜ੍ਹਾ ਜਿਹਾ ਉਹ ਮਤਲਬ ਅੱਛੇ ਨਹੀਂ ਸੀ ਯਾਦ ਕੀਤਾ ਜਾਂਦਾ ਕਿ ਇਹ ਬੇਵਾ ਹੋ ਗਈ। ਇਸ ਤਰ੍ਹਾਂ ਦੇ ਰਸਮ ਰਿਵਾਜ ਰਲਦੇ ਮਿਲਦੇ ਹੀ ਸੀ ਸਾਰਿਆਂ ਦੇ। ਪਾਕਿਸਤਾਨ ਬਣਨ ਤੋਂ ਪਹਿਲੇ ਸਾਡੇ ਕੀ ਰਿਵਾਜ ਤੇ ਤਿਉਹਾਰ ਸੀਗੇ ਤੇ ਹੁਣ ਸਾਡੇ ਕੀ ਰਿਵਾਜ ਤੇ ਤਿਉਹਾਰ ਹੈਗੇ? ਪਾਕਿਸਤਾਨ ਬਣਨ ਤੋਂ ਪਹਿਲੇ ਸਾਡੇ ਤਿਉਹਾਰ ਈਦਾਂ ਤਾਂ ਮਨਾਈਆਂ ਹੀ ਜਾਂਦੀਆਂ ਸੀ, ਜਿਸ ਤਰ੍ਹਾਂ ਹੁਣ ਪਾਕਿਸਤਾਨ ਵਿੱਚ ਵੀ ਮਨਾਈਆਂ ਜਾਂਦੀਆਂ ਹੈਗੀਆਂ। ਇੱਕ ਬੜੀ ਈਦ ਹੁੰਦੀ ਸੀ, ਈਦ ਉਲ ਅਜ਼ਹਾ ਜਿਹਨੂੰ ਕਹਿੰਦੇ ਹੈਗੇ ਆ, ਇੱਕ ਛੋਟੀ ਈਦ ਈਦ ਉਲ ਫਿਤਰ ਜਿਹਨੂੰ ਕਹਿੰਦੇ ਆ। ਇਹ ਈਦਾਂ ਮਨਾਈਆਂ ਜਾਂਦੀਆਂ ਸੀਗੀਆਂ। ਫਿਰ ਇਹ ਹੈਗਾ ਕਿ ਕੁਛ ਬਜ਼ੁਰਗਾਂ ਦੇ ਮਜ਼ਾਰਾਤ ਦੇ ਉੱਤੇ ਮੇਲੇ ਲੱਗਦੇ ਸੀ। ਮੁਸਲਮਾਨ ਉਹਨਾਂ ਬਜ਼ੁਰਗਾਂ ਦੇ ਮੇਲਿਆਂ 'ਤੇ ਵੀ ਜਾਂਦੇ ਸੀ ਔਰ ਇਹ ਦੇਖਿਆ ਕਿ ਜਾਂਦਾ ਸੀ ਕਿ ਮੁਸਲਮਾਨਾਂ ਦੇ ਮੇਲਿਆਂ ਦੇ ਵਿੱਚ ਹਿੰਦੂ ਸਿੱਖ ਵੀ ਜਾਂਦੇ ਸੀ ਔਰ ਹਿੰਦੂ ਸਿੱਖਾਂ ਦੇ ਵਿੱਚ ਮੁਸਲਮਾਨਾਂ ਵਿੱਚ ਉਦੋਂ ਭਾਈਚਾਰਾ ਬੜਾ ਸੀਗਾ। ਕੋਈ ਇਹ ਜਿਹੜੇ ਅੱਜ ਅਸੀਂ ਇੰਡੀਆ ਦੇ ਵਿੱਚ ਦੇਖ ਰਹੇ ਹਾਂ ਕਿ ਲੜਾਈ ਝਗੜੇ ਉਦੋਂ ਨਹੀਂ ਸੀ ਹੁੰਦੇ। ਫਿਰ ਹਿੰਦੂਆਂ ਦੇ ਵਿੱਚ ਦੀਵਾਲੀ ਹੁੰਦੀ ਸੀ, ਸਿੱਖਾਂ ਦਾ ਦੁਸਹਿਰਾ ਹੁੰਦਾ ਸੀਗਾ, ਇਹ ਹੁੰਦੇ ਸੀ ਔਰ ਮੁਸਲਮਾਨ ਵੀ ਜਿਹੜਾ ਦੁਸਹਿਰੇ ਦੇ ਵਿੱਚ ਸ਼ਾਮਲ ਹੁੰਦੇ ਸੀ। ਹਿੰਦੂਆਂ ਦੀ ਦੀਵਾਲੀ ਦੇ ਵਿੱਚ ਸਿੱਖ ਔਰ ਮੁਸਲਮਾਨ ਵੀ ਸ਼ਾਮਲ ਹੁੰਦੇ ਸੀ। ਉਦੋਂ ਕੋਈ ਇਹ ਤਫਰੀਕ ਨਹੀਂ ਸੀਗੀ
ਕਿ ਜੀ ਇਹ ਹਿੰਦੂਆਂ ਦੀ ਰਸਮ ਹੈਗੀ ਆ ਅਤੇ ਇਹ ਉਹ ਕਰਨਗੇ, ਆ ਮੁਸਲਮਾਨਾਂ ਦੀ ਹੈ, ਸਾਰੇ ਮਿਲ ਕੇ ਸਾਰੇ ਕਰਦੇ ਸੀ ਔਰ ਭਾਈਚਾਰਾ ਸੀਗਾ, ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲਦੇ ਸੀਗੇ, ਕੋਈ ਉਹਦੇ ਵਿੱਚ ਐਸੀ ਨਹੀਂ ਸੀਗੀ। ਫਿਰ ਇਹ ਹੈਗਾ ਕਿ ਮਤਲਬ ਜਿਸ ਤਰ੍ਹਾਂ ਸ਼ਾਦੀ ਵਿਆਹਾਂ ਦੇ ਵਿੱਚ ਇੱਕ ਦੂਸਰੇ ਜਾਂਦੇ ਸੀ, ਇੱਦਾਂ ਹੀ ਰਸਮ ਰਿਵਾਜ ਦੇ ਵਿੱਚ ਵੀ ਜਾਂਦੇ ਸੀ, ਮੇਲਿਆਂ ਦੇ ਵਿੱਚ ਵੀ ਇੱਕ ਦੂਸਰੇ ਨਾਲ ਇਕੱਠੇ ਹੁੰਦੇ ਸੀਗੇ। ਸਾਨੂੰ ਇਹ ਦੱਸੋ ਕਿ ਨਵੀਂ ਟੈਕਨੋਲੋਜੀ ਆਉਣ ਨਾਲ ਸਾਡੀ ਨਸਲ ਦੇ ਉੱਤੇ ਇਹਦੇ ਕੀ ਅਸਰਾਂ ਹੋ ਰਹੇ ਹੈ? ਬੇਟੇ, ਨਵੀਂ ਟੈਕਨੋਲੋਜੀ ਆਉਣ ਦੇ ਨਾਲ ਤੇ ਵਾਕਈ ਸਾਡੀ ਨਸਲ ਜਿਹੜੀ ਹੈਗੀ ਆ ਉਹ ਆਪਣੇ ਅਸਲ ਕਲਚਰ ਤੋਂ ਹੀ ਦੂਰ ਹੋ ਗਈ। ਮਿਸਾਲ ਦੇ ਤੌਰ ਦੇ ਉੱਤੇ ਮੈਂ ਦੱਸਦਾ ਕਿ ਜਦੋਂ ਸਾਡਾ ਬਚਪਨ ਸੀ ਉਸ ਵੇਲੇ ਸਿਰਫ ਇੱਕ ਨਵੀਂ ਟੈਕਨੋਲੋਜੀ ਰੇਡੀਓ ਸੀ, ਔਰ ਰੇਡੀਓ ਵੀ ਬੜੇ ਜਿਹੜੇ ਸਾਡੀ ਉਮਰ ਦੇ ਉਸ ਵਕਤ ਦੇ ਬਜ਼ੁਰਗ ਸੀ ਉਹਨਾਂ ਨੂੰ ਰੇਡੀਓ ਚਲਾਉਣਾ ਵੀ ਨਹੀਂ ਸੀ ਆਉਂਦਾ, ਔਰ ਉਹ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਬੈਠ ਕੇ ਤੇ ਉਹਨੂੰ ਸੁਣਦੇ ਹੁੰਦੇ ਸੀ, ਔਰ ਉਹਦੇ 'ਤੇ ਡਰਾਮੇ ਆਉਂਦੇ ਸੀ। ਅੱਜ ਅਸੀਂ ਅਗਰ ਦੇਖੀਏ ਤਾਂ ਉਹ ਇੱਕ ਹੈਰਾਨਗੀ ਆਉਂਦੀ, ਯਾਰ ਰੇਡੀਓ ਦੇ ਉੱਤੇ ਡਰਾਮਾ ਸੁਣਾਇਆ ਜਾ ਰਿਹਾ ਤੇ ਲੋਕ ਉਹਨੂੰ ਦੇਖ ਸੁਣ ਵੀ ਰਹੇ ਆ ਔਰ ਹੱਸ ਵੀ ਰਹੇ, ਉਹ ਇੰਜੋਏ ਵੀ ਕਰ ਰਹੇ ਆ। ਲੇਕਿਨ ਅੱਜ ਦੀ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਇੰਨੀ ਡਿਫਰੈਂਟ ਹੋ ਗਈ ਹੈ ਕਿ ਤੁਸੀਂ ਅੱਜ ਅਗਰ ਇੱਕ ਮੋਬਾਈਲ ਲੈ ਕੇ ਆਏ ਹੋ ਅਤੇ ਉਹ ਅਗਲੇ ਸਾਲ ਹੀ ਨਹੀਂ ਬਲਕਿ 6 ਮਹੀਨੇ ਬਾਅਦ ਆਊਟ ਆਫ ਡੇਟ ਹੋ ਜਾਂਦਾ ਕਿ ਜੀ ਇਹ ਤਾਂ ਪੁਰਾਣਾ ਹੋ ਗਿਆ। ਔਰ ਨਵੀਂ ਨਸਲ ਜਿਹੜੀ ਹੈਗੀ ਆ ਮੋਬਾਈਲ ਦੇ ਉੱਤੇ ਗੇਮਾਂ 'ਤੇ ਲੱਗੀ ਹੋਈ ਹੈ ਔਰ ਉਹ ਗੇਮਾਂ ਦੇਖ ਰਹੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਇਹ ਹੁੰਦਾ ਸੀ ਕਿ ਬੜੇ ਬਜ਼ੁਰਗ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਬੈਠਣਾ ਇੱਕ ਸਾਦਤ ਸਮਝਿਆ ਜਾਂਦਾ ਸੀਗਾ ਕਿ ਯਾਰ ਇਹ ਬਜ਼ੁਰਗਾਂ ਦੇ ਕੋਲੋਂ ਗੱਲਾਂ ਸੁਣੀਆਂ ਜਾਣ। ਉਹ ਆਪਣੇ ਬੜਿਆਂ ਦੀਆਂ ਗੱਲਾਂ ਸੁਣਾਉਂਦੇ ਸੀ, ਕਹਾਣੀਆਂ ਸੁਣਾਉਂਦੇ ਸੀ, ਔਰ ਉਹ ਨਸਲ ਦਾ ਨਸਲ ਜਿਹੜੀਆਂ ਸੀਗੀਆਂ ਉਹ ਕਹਾਣੀਆਂ ਉਹਨਾਂ ਦੇ ਵਿੱਚ ਆਉਂਦੀਆਂ ਸੀ, ਜਿਹਦੇ ਨਾਲ ਆਪਣੀ ਪੁਰਾਣੀ ਜਿਹੜੇ ਆਬਾਓ ਅਜਦਾਦ ਸੀ ਉਹਨਾਂ ਦੀ ਦੇ ਨਾਲ ਜ਼ਿਆਦਾ ਤਲਕ ਮਜ਼ਬੂਤ ਰਹਿੰਦਾ ਸੀ। ਹੁਣ ਨਹੀਂ ਹੈਗਾ। ਨਵੀਂ ਟੈਕਨੋਲੋਜੀ ਦੇ ਵਿੱਚ ਹਰ ਆਦਮੀ ਮੋਬਾਈਲ 'ਤੇ ਲੱਗਾ ਹੋਇਆ, ਟਿਕਟੋਕ ਦੇ ਉੱਤੇ ਲੱਗਾ ਹੋਇਆ, ਔਰ ਕੋਈ ਇੱਕ ਦੂਸਰੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹ ਹੁੰਦਾ ਸੀ, ਬੜੀਆਂ ਮਾਵਾਂ ਜਿਹੜੀਆਂ ਸੀ ਉਹ ਆਪਣੇ ਪੋਤਿਆਂ ਦੋਤਿਆਂ ਨੂੰ ਨਾਲ ਬਿਠਾ ਕੇ ਤੇ ਬਾਤਾਂ ਸੁਣਾਉਂਦੀਆਂ ਸੀ, ਔਰ ਬਾਦਸ਼ਾਹਾਂ ਦੀਆਂ ਪਰੀਆਂ ਦੀਆਂ ਉਹ ਬਾਤਾਂ ਸੁਣਾਉਂਦੀਆਂ ਸੀ। ਬੱਚੇ ਇੰਜੋਏ ਕਰਦੇ ਸੀ, ਇੰਜੋਏ ਕਰਦੇ ਕਰਦੇ ਸੌਂ ਜਾਂਦੇ ਸੀ। ਅੱਜ ਉਹੀ ਬਾਤਾਂ ਜਿਹੜੀਆਂ ਹੈਗੀਆਂ ਕਿ ਬੈਠੇ ਹੈਗੇ ਆ ਬੱਚੇ ਫੈਮਿਲੀ ਦੇ ਵਿੱਚ ਬੈਠੇ ਆ ਲੇਕਿਨ ਉਹ ਐਬਸੈਂਟ ਹੈਗੇ, ਉਹ ਆਪਣੇ ਮੋਬਾਈਲ 'ਤੇ ਲੱਗੇ ਆ, ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਕੋਈ ਮਹਿਮਾਨ ਆਇਆ ਜਾਂ ਬੜੇ ਆਏ ਆ, ਬੜੇ ਬੈਠੇ ਆ, ਬਜ਼ੁਰਗ ਬੈਠੇ ਆ, ਕੀ ਗੱਲ ਕਰ ਰਹੇ ਹੈਗੇ ਆ, ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ। ਸਾਡੀ ਅੱਜ ਕੱਲ੍ਹ ਦੀ ਨਸਲ ਪੰਜਾਬੀ ਨੂੰ ਛੱਡ ਕੇ ਉਰਦੂ ਅੰਗਰੇਜ਼ੀ ਵੱਲ ਚੱਲ ਪਈ ਹੈ, ਅਤੇ ਤੁਹਾਡੇ ਇਸ ਬਾਰੇ ਦਾ ਕੀ ਖਿਆਲ ਹੈਗਾ ਕਿ ਸਾਡੀ ਪੰਜਾਬੀ ਦੀ ਜ਼ੁਬਾਨ ਖਤਰੇ ਵਿੱਚ ਨਹੀਂ ਆ ਗਈ? ਬਿਲਕੁਲ ਬੇਟਾ, ਇਹ ਤਾਂ ਗੱਲ ਜਿਹੜੀ ਬਿਲਕੁਲ ਸਹੀ ਹੈਗੀ ਹੈ ਕਿ ਸਾਡੀ ਪੰਜਾਬੀ ਜ਼ੁਬਾਨ ਬੜੀ ਮਿੱਠੀ ਜਿਹੀ ਜ਼ੁਬਾਨ ਸੀ ਜਿਹੜੀ ਕਿ ਹੁਣ ਆਹਿਸਤਾ ਆਹਿਸਤਾ ਖਤਮ ਹੁੰਦੀ ਜਾ ਰਹੀ ਹੈ। ਸਾਡੀ ਨਵੀਂ ਪੌਧ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਉਰਦੂ ਅੰਗਰੇਜ਼ੀ ਨੂੰ ਇਸ ਤਰ੍ਹਾਂ ਉਹਨਾਂ ਨੇ ਮਿਕਸ ਕੀਤਾ ਕਿ ਪੰਜਾਬੀ ਜਿਹੜੀ ਆ ਉਹ ਵਿਚਾਰੀ ਤੇ ਵੈਸੇ ਹੀ ਪਿਸ ਕੇ ਰਹਿ ਗਈ ਹੈ। ਇਹ ਅੱਜ ਪੰਜਾਬੀ ਜਿਹੜੀ ਆ ਦੂਰ ਦਰਾਜ਼ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਦੇ ਵਿੱਚ ਤਾਂ ਤੁਹਾਨੂੰ ਪੰਜਾਬੀ ਸ਼ਾਇਦ ਕਿਤੇ ਮਿਲਦੀ ਹੈ, ਲੇਕਿਨ ਜਿਨ੍ਹਾਂ ਲੋਕਾਂ ਦਾ ਸ਼ਹਿਰਾਂ ਦੇ ਨਾਲ ਆਉਣ ਜਾਣ ਨਾਲ ਉੱਥੇ ਪੰਜਾਬੀ ਖਤਮ ਹੋ ਗਈ। ਔਰ ਖ਼ਾਸ ਤੌਰ ਦੇ ਉੱਤੇ ਮੈਂ ਇਹ ਦੇਖਿਆ ਹੈਗਾ ਕਿ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਯੂਰਪ ਦੇ ਵਿੱਚ ਜਾ ਕੇ ਸੈਟਲ ਹੋ ਗਈਆਂ, ਉੱਥੋਂ ਅਗਰ ਉਹ ਲੜਕੇ ਲੜਕੀਆਂ ਪਾਕਿਸਤਾਨ ਦੇ ਵਿੱਚ ਆਪਣੇ ਬਜ਼ੁਰਗਾਂ ਨੂੰ ਮਿਲਣ ਵਾਸਤੇ ਆਉਂਦੇ ਆ ਅਤੇ ਉਹ ਤਾਂ ਬਿਲਕੁਲ ਹੀ ਪੰਜਾਬੀ ਦਾ ਜਿਹੜਾ ਨਾ ਹੁਲੀਆ ਹੀ ਵਿਗਾੜ ਦਿੰਦੇ ਆ। ਮਿਸਾਲ ਦੇ ਤੌਰ ਦੇ ਉੱਤੇ ਮੈਂ ਕਈ ਫੈਮਲੀਆਂ ਦੇ ਵਿੱਚ ਦੇਖਿਆ, ਮੇਰੇ ਅਜ਼ੀਜ਼ੋ ਅਕਾਰਬ ਦੇ ਵਿੱਚ ਵੀ ਹੈ ਕਿ ਉਹ ਜਿਸ ਵੇਲੇ ਉਹ ਆਉਂਦੇ ਹੈਗੇ ਆ ਅਤੇ ਉਹਨੂੰ ਕਹਿੰਦੇ ਹੈਗੇ ਆ ਉਹ ਡੋਰ ਬੰਦ ਕਰ ਦੇ, ਜਾਂ ਉਹ ਕਹਿੰਦੇ ਹੈਗੇ ਆ ਕਿ ਮਤਲਬ ਇਹ ਆ ਕਿ ਬੱਚਾ ਰੋ ਰਿਹਾ ਹੈਗਾ ਵਾ, ਨਾਨੀ ਦਾਦੀ ਉਹ ਕਹਿੰਦੀ ਆ ਇਹਨੂੰ ਕੀ ਗੱਲ ਲੱਗੀ ਆ, ਇਹ ਕਿਉਂ ਰੋਈ ਜਾਂਦਾ, ਅੰਬੀ ਪਤਾ ਨਹੀਂ ਹੈਗਾ, ਨਾ ਇਹ ਈਦ ਦਾ ਨਾ ਸਲੀਬ ਦਾ ਵੀ ਪੀ ਜਾਂਦਾ ਹੈਗਾ ਵਾ। ਇਹ ਮਤਲਬ ਇਹ ਆ ਕਿ ਉਹ ਪੰਜਾਬੀ ਕਿੱਥੇ ਰਹਿ ਗਈ ਹੈਗੀ ਆ, ਉਹ ਨਾ ਅੰਗਰੇਜ਼ੀ ਜਿਹੜੀ ਉਹਦਾ ਵੀ ਹੁਲੀਆ ਵਿਗਾੜਤਾ, ਪੰਜਾਬੀ ਦਾ ਵੀ ਵਿਗਾੜਤਾ, ਅੰਗਰੇਜ਼ੀ ਨੂੰ ਵੀ ਪੰਜਾਬੀ ਵਿੱਚ ਦਾਖਲ ਕਰ ਦਿੱਤਾ, ਔਰ ਪੰਜਾਬੀ ਤਾਂ ਵਿਚਾਰੀ ਵੈਸੇ ਹੀ ਮਜ਼ਲੂਮ ਹੋ ਗਈ। ਇਹ ਤਾਂ ਵਾਕਈ ਹੈਗਾ ਕਿ ਖਤਮ ਹੁੰਦਾ ਜਾ ਰਿਹਾ ਹੈਗਾ ਵਾ, ਮੁਸਤਕਬਲ ਪੰਜਾਬੀ ਦਾ ਕੋਈ ਨਹੀਂ ਰਹਿ ਗਿਆ। ਹੁਣ ਇਹ ਤੁਸੀਂ ਦੇਖੋ ਕਿ ਪਹਿਲੇ ਹੁੰਦਾ ਸੀ ਕਿ ਲੋਕ ਪੰਜਾਬੀ ਬੋਲਣਾ ਆਪਣੀ ਜ਼ਬਾਨ ਨੂੰ ਮਾਂ ਬੋਲੀ ਕਹਿੰਦੇ ਸੀ,
ਹੁਣ ਪੰਜਾਬੀ ਬੋਲਣ ਦੇ ਵਿੱਚ ਬੱਚੇ ਨਵੇਂ ਜਿਹੜੇ ਹੈਗੇ ਆ ਉਹ ਇਨਸਲਟ ਫੀਲ ਕਰ ਰਹੇ ਹੈਗੇ ਆ ਕਿ ਯਾਰ ਇਹ ਕੀ ਕਹੇਗਾ ਪੰਜਾਬੀ ਬੋਲਦਾ। ਬਲਕਿ ਮੈਂ ਬਹੁਤ ਸਾਰੇ ਬੱਚੇ ਦੇਖੇ ਹੈਗੇ ਆ ਕਿ ਸਾਡੀਆਂ ਹੀ ਫੈਮਲੀਆਂ ਦੇ ਜਿਹੜੇ ਕਿ ਉਹ ਬੈਠੇ ਹੁੰਦੇ ਆ, ਪੜ੍ਹੇ ਲਿਖੇ ਆ, ਯੂਨੀਵਰਸਿਟੀਆਂ ਕਾਲਜਿਸ ਵਿੱਚ ਪੜ੍ਹ ਰਹੇ ਹੈਗੇ ਆ, ਔਰ ਖ਼ਾਸ ਤੌਰ ਦੇ ਉੱਤੇ ਆਪਣੇ ਨਾ ਲੜਕੀਆਂ, ਉਹ ਅਗਰ ਕੋਈ ਪੰਜਾਬੀ ਦੀ ਗੱਲ ਹੈਗੀ ਆ ਤਾਂ ਉਹਨੂੰ ਇਸ ਤਰ੍ਹਾਂ ਜਾਣੀ ਉਹ ਕਿਆ ਹੈਗੀ ਆ, ਉਹ ਕੀ ਉਹਨੂੰ ਕਹਿੰਦੇ ਹੈਗੇ ਆ, ਉਹ ਮੇਰੇ ਖਿਆਲ ਇਸ ਤਰ੍ਹਾਂ ਅਖੀਰ ਉਹਨਾਂ ਕਹਿਣਾ ਹੈਗਾ ਵਾ ਉਹ ਜੁੱਤੀ ਦੀ ਨੋਕ ਜਿਹਨੂੰ ਕਹਿੰਦੇ ਹੈਗੇ ਆ, ਇਹ ਤੂੰ ਕਹਿ ਖਾਂ ਸਿੱਧੀ ਹੈਗੀ, ਉਹ ਬੜਾ ਬਜ਼ੁਰਗ ਕਹਿ ਦਊਗਾ, ਉਹ ਜੁੱਤੀ ਦੀ ਨੋਕ ਨੂੰ ਨੋਕ ਨਹੀਂ ਕਹਿਣਗੀਆਂ ਕਿ ਜੀ ਇਹ ਕੀ ਹੈਗਾ ਵਾ। ਇਹ ਮਤਲਬ ਕਿ ਪੰਜਾਬੀ ਜ਼ਬਾਨ ਜਿਹੜੀ ਹੈਗੀ ਆ ਉਸ ਦੇ ਨਾਲ ਅੰਗਰੇਜ਼ੀ ਉਰਦੂ ਮਿਕਸ ਕਰਕੇ ਅਸੀਂ ਪੰਜਾਬੀ ਜਿਹੜਾ ਹੈਗਾ ਵਾ ਉਸ ਦੀ ਜ਼ਬਾਨ ਹੀ ਚੇਂਜ ਕਰ ਦਿੱਤੀ ਹੈ। ਪੰਜਾਬੀ ਮਤਲਬ ਕਿ ਜਿੰਨੀ ਮਿੱਠੀ ਜ਼ਬਾਨ ਹੈਗੀ ਆ ਔਰ ਇਹਦੇ ਵਿੱਚ ਜਿੰਨੀਆਂ ਕਹਾਵਤਾਂ ਹੈਗੀਆਂ ਵਾ ਔਰ ਲੋਕ ਦਾਸਤਾਨਾਂ, ਤੁਸੀਂ ਦੇਖੋ ਹੀਰ ਵਾਰਿਸ ਸ਼ਾਹ, ਉਹਦੇ ਵਿੱਚ ਬੜੀ ਹੀ ਸਬਕ ਅਮੋਜ਼ ਗੱਲਾਂ ਉਹਦੇ ਵਿੱਚ ਤੁਹਾਨੂੰ ਮਿਲਣਗੀਆਂ। ਹੀਰ ਰਾਂਝਾ ਦੀ ਸਟੋਰੀਆਂ ਹੈਗੀਆਂ ਵਾ, ਤੁਸੀਂ ਦੇਖੋ ਜਿਹੜੇ ਸਾਡੇ ਦੌਰ ਦੇ ਵਿੱਚ ਇਹ ਹੁੰਦਾ ਸੀ ਹੀਰ ਰਾਂਝੇ ਦੇ ਉੱਤੇ, ਬਲਕਿ ਇੱਕ ਆਲਮ ਲੋਹਾਰ ਸਾਡਾ ਮਤਲਬ ਇਹ ਕਿ ਪੰਜਾਬੀ ਦਾ ਬਹੁਤ ਬੜਾ ਗਾਇਕ ਗੁਜ਼ਰਿਆ ਹੈਗਾ ਔਰ ਉਹ ਪੰਜਾਬੀ ਦੇ ਵਿੱਚ ਗਾਣੇ ਗਾਉਂਦਾ ਸੀਗਾ। ਔਰ ਹੀਰ ਰਾਂਝੇ ਦੀ ਸਟੋਰੀਆਂ ਉਹ ਹੁੰਦਾ ਸੀ ਕਿ ਆਲਮ ਲੋਹਾਰ ਦਾ ਅਸੀਂ ਲੋਕ ਆਪਣੇ ਬਚਪਨ ਦੇ ਵਿੱਚ ਥੀਏਟਰ ਹੁੰਦੇ ਸੀ, ਥੀਏਟਰ ਉਹਨੂੰ ਕਹਿੰਦੇ ਹੁੰਦੇ ਸੀ, ਉਹ ਥੀਏਟਰ ਅਸੀਂ ਦੇਖਣ ਵਾਸਤੇ ਜਾਂਦੇ ਸੀਗੇ ਅਤੇ ਉੱਥੇ ਮਤਲਬ ਇਹ ਆ ਕਿ ਲੋਕ ਬੜਾ ਇੰਜੋਏ ਕਰਦੇ ਜਦੋਂ ਕਿ ਹੁਣ ਨਹੀਂ।